ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ, ਰਹਾਉ ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਸਹਸ ਮੂਰਤ ਨੰਨਾ ਏਕ ਤੋਹੀ, ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ। ਸਹਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਤ ਮਨੋ, ਅਨ ਦਿਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਂ ਤੇ ਤੇਰਾ ਨਾਏ ਵਾਸਾ। ਹਰ ਚਰਨ ਕਮਲ ਮਕਰੰਦ ਲੋਭਤ ਮਨੋ, ਅਨ ਦਿਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਂ ਤੇ ਤੇਰਾ ਨਾਏ ਵਾਸਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ। ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹਨ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਗੁਰਬਾਣੀ ਦੀ ਵਿਚਾਰ ਇਹ ਵੀ ਕੋਈ ਵਿਰਲਾ ਹੀ ਗੁਰਸਿੱਖ ਮਾਈ ਭਾਈ ਕਰ ਸਕਦਾ ਹੈ। ਕਿਉਂ? ਸਤਿਗੁਰੂ ਦੇ ਹੀ ਇਹ ਬਚਨ ਹਨ, ਬਾਣੀ ਬਿਰਲੋ ਵਿਚਾਰ ਸੀ। ਬਾਣੀ ਦੀ ਵਿਚਾਰ ਕੋਈ ਵਿਰਲਾ ਹੀ ਗੁਰਸਿੱਖ ਮਾਈ ਭਾਈ ਕਰ ਸਕਦਾ ਹੈ। ਉਹਦੇ ਲਈ ਇੱਕ ਸ਼ਰਤ ਹੈ, ਜੇ ਕੋ ਗੁਰਮੁਖ ਹੋਏ। ਜਿਸ ਗੁਰਸਿੱਖ ਮਾਈ ਭਾਈ ਨੇ ਵਿਚਾਰ ਕਰਨੀ ਹੋਵੇ, ਪਹਿਲਾਂ ਉਸ ਨੂੰ ਗੁਰਮੁਖ ਬਣਨਾ ਪਵੇਗਾ। ਗੁਰਮੁਖ ਉਹ ਹੈ ਜੋ ਗੁਰੂ ਦੇ ਸਨਮੁਖ ਰਵੇ। ਗੁਰਮੁਖ ਸਨਮੁਖ ਮਨਮੁਖ ਵੇ ਮੁਖੀਆ। ਗੁਰਮੁਖ ਉਹ ਹੈ ਜੋ ਗੁਰੂ ਨੂੰ ਸਮਰਪਿਤ ਵੀ ਹੋਵੇ। ਤਨ ਮਨ ਧਨ ਸਭ ਸੌਂਪ ਗੁਰ ਕੋ,
ਹੁਕਮ ਮੰਨਿਆ ਪਾਈਐ। ਤਨ ਮਨ ਧਨ ਗੁਰੂ ਨੂੰ ਸੌਂਪਣ ਵਾਲਾ ਹੀ ਗੁਰਮੁਖ ਅਖਵਾ ਸਕਦਾ ਹੈ। ਹਜ਼ੂਰ ਕਹਿੰਦੇ ਗੁਰਮੁਖ ਬਣ ਕੇ ਹੀ ਗੁਰਬਾਣੀ ਦੀ ਵਿਚਾਰ ਕਰਨੀ ਚਾਹੀਦੀ ਹੈ। ਗੁਰਮੁਖ ਬਣਨਾ ਹੀ ਇੱਕ ਬਹੁਤ ਔਖੀ ਸਾਧਨਾ ਹੈ। ਜਿਸ ਉੱਤੇ ਸਤਿਗੁਰੂ ਦੀ ਮਿਹਰ ਹੋਵੇ ਉਹੀ ਗੁਰਸਿੱਖ ਗੁਰਮੁਖ ਵਿਅਕਤੀ ਬਣਦਾ ਹੈ। ਨਾਲ ਦੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ, ਇਹ ਬਾਣੀ ਮਹਾਂਪੁਰਖ ਕੀ। ਗੁਰਮੁਖੋ, ਇਹ ਬਾਣੀ ਮਹਾਂਪੁਰਖ ਪਰਮ ਪੁਰਖ ਅਕਾਲ ਪੁਰਖ ਦੀ ਬਾਣੀ ਹੈ। ਇਹ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਨਾਲ ਜੁੜੇਗਾ, ਨਿਜ ਘਰ ਵਾਸਾ ਹੋਏ, ਉਹਦਾ ਆਪਣੇ ਨਿਜ ਘਰ ਦੇ ਵਿੱਚ, ਆਪਣੇ ਅਸਲੀ ਘਰ ਦੇ ਵਿੱਚ ਵਾਸਾ ਹੋ ਜਾਵੇਗਾ। ਇਹਦਾ ਮਤਲਬ ਇਹ ਹੈ, ਇੱਕ ਘਰ ਇਹ ਸੰਸਾਰ ਹੈ ਜਿੱਥੇ ਅਸੀਂ ਸਾਰੇ ਰਹਿੰਦੇ ਹਾਂ। ਦੂਸਰਾ ਘਰ ਉਹ ਹੈ ਜਿੱਥੇ ਸਾਡਾ ਪਰਿਵਾਰ ਰਹਿੰਦਾ ਹੈ। ਤੀਸਰਾ ਘਰ ਉਹ ਹੈ ਜਿਸ ਦੇ ਵਿੱਚ ਸਾਡੀ ਜੀਵਾਤਮਾ ਵਸਦੀ ਹੈ। ਮੁਰਾਦ ਸਰੀਰ ਵੀ ਇੱਕ ਘਰ ਹੈ। ਚੌਥਾ ਘਰ ਹੈ ਜਿੱਥੇ ਪਰਮਾਤਮਾ ਵਸਦਾ ਹੈ। ਅਸਲੀ ਘਰ ਸਾਡਾ ਉਹ ਹੈ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਸਦਾ ਹੈ। ਸਾਡੇ ਜੀਵਨ ਦਾ ਮਨੋਰਥ ਵੀ ਤਾਂ ਇਹੀ ਹੈ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਗ ਕਾਲ ਇਹ ਦੇਹ ਸੰਜਰੀਆ। ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਨੂੰ ਹੀ ਸਤਿਗੁਰੂ ਨੇ ਜੀਵਨ ਦਾ ਅਸਲੀ ਮਨੋਰਥ ਦੱਸਿਆ ਹੈ। ਹਜ਼ੂਰ ਕਹਿੰਦੇ, ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਦੇ ਨਾਲ ਜੁੜੇਗਾ, ਨਿਜ ਘਰ ਵਾਸਾ ਹੋਏ, ਉਹਦਾ ਆਪਣੇ ਅਸਲੀ ਘਰ ਦੇ ਵਿੱਚ, ਭਾਵ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ, ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਉਸ ਦਾ ਨਿਵਾਸ ਹੋ ਜਾਵੇਗਾ। ਤੇ ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਨਿਵਾਸ ਕਿਸੇ ਵਡਭਾਗੀ ਪੁਰਸ਼ ਨੂੰ ਹੀ ਨਸੀਬ ਹੁੰਦਾ ਹੈ। ਔਰ ਉੱਥੇ ਇੰਨਾ ਆਨੰਦ ਹੈ, ਇੰਨੀ ਮੌਜ ਹੈ, ਇੰਨੀ ਮਸਤੀ ਹੈ। ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਉਨਮਾਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ। ਉਹ ਐਸੀ ਆਨੰਦਮਈ ਅਵਸਥਾ ਹੈ ਔਰ ਉਸ ਵਰਗਾ ਦੁਨੀਆ ਵਿੱਚ ਤੇ ਹੋਰ ਪਰਲੋਕ ਦੇ ਵਿੱਚ ਵੀ ਇਹੋ ਜਿਹਾ ਆਨੰਦ ਨਹੀਂ ਹੈ। ਇਸੇ ਲਈ ਤਾਂ ਹਜ਼ੂਰ ਨੇ ਲਿਖਿਆ ਹੈ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਅਸਲੀ ਘਰ ਵਾਹਿਗੁਰੂ ਦੇ ਚਰਨਾਂ ਵਿੱਚ ਨਿਵਾਸ ਦੇ ਵਿੱਚ ਹੀ ਸਾਨੂੰ ਹਾਸਲ ਹੁੰਦਾ ਹੈ। ਹਜ਼ੂਰ ਕਹਿੰਦੇ, ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਮੌਜ ਤੋਂ ਅਸੀਂ ਰਾਜ ਨੂੰ ਵੀ ਕੁਰਬਾਨ ਕਰਦੇ ਹਾਂ ਤੇ ਮੁਕਤੀ ਨੂੰ ਵੀ ਅਸੀਂ ਕੁਰਬਾਨ ਕਰਦੇ ਹਾਂ, ਕਿਉਂਕਿ ਵਾਹਿਗੁਰੂ ਦੇ ਚਰਨਾਂ ਦੀ ਮੌਜ ਹੀ ਸਭ ਤੋਂ ਵੱਡੀ ਮੌਜ ਹੈ। ਜੇ ਅਸੀਂ ਉਸ ਘਰ ਦੇ ਵਿੱਚ ਜਾਣਾ ਹੈ, ਹਰਖ ਆਨੰਦ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਉਹ ਸਤਿਗੁਰੂ ਦੀ ਬਾਣੀ ਦੁਆਰਾ ਹੀ ਸਾਨੂੰ ਹਾਸਲ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ, ਸੋਇਲੇ ਬਾਣੀ ਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਕੱਲ 2 ਸ਼ਬਦਾਂ ਦੀ ਕਥਾ ਆਪ ਸੰਗਤਾਂ ਨੇ ਸਰਵਣ ਕੀਤੀ ਸੀ। ਹੁਣ ਅੱਗੇ ਤੀਸਰੇ ਸ਼ਬਦ ਦੀ ਕਥਾ ਆਰੰਭ ਹੋ ਰਹੀ ਹੈ। ਇਸ ਸੋਇਲੇ ਬਾਣੀ ਦੇ ਸਾਰੇ 5 ਸ਼ਬਦ ਨੇ। 3 ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਹਨ। ਚੌਥਾ ਸ਼ਬਦ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ ਤੇ 5ਵਾਂ ਸ਼ਬਦ 5ਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਰਚਨਾ ਹੈ।
ਹੁਣ ਆਪ ਸੰਗਤਾਂ ਤੀਸਰੇ ਸ਼ਬਦ ਦੀ ਅੱਜ ਵਿਚਾਰ ਸਰਵਣ ਕਰ ਰਹੇ ਹੋ। ਇਹ ਸ਼ਬਦ ਸਤਿਗੁਰੂ ਨੇ ਕਿੱਥੇ ਗਾਵਿਆ ਤੇ ਕਿਉਂ ਗਾਵਿਆ? ਜਦੋਂ ਆਪਾਂ ਪੁਰਾਤਨ ਜਨਮ ਸਾਖੀ ਪੜ੍ਹਦੇ ਹਾਂ ਅਥਵਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੇ ਹੋਰ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪੂਰਬ ਦੀ ਯਾਤਰਾ ਵੱਲ ਨਿਕਲੇ, ਇੱਕ ਹਿੰਦੂਆਂ ਦਾ ਮਹਾਨ ਧਰਮ ਅਸਥਾਨ ਹੈ ਜਗਨਨਾਥਪੁਰੀ, ਔਰ ਉੱਥੇ ਇੱਕ ਬਹੁਤ ਪੁਰਾਣਾ ਮੰਦਰ ਬਣਿਆ ਹੋਇਆ ਹੈ ਜਿਸ ਨੂੰ ਜਗਨਨਾਥਪੁਰੀ ਦਾ ਹੀ ਮੰਦਰ ਆਖਿਆ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉੱਥੇ ਗਏ ਤਾਂ ਜਿਹੜੇ ਉੱਥੋਂ ਦੇ ਪੰਡੇ ਸਨ, ਪੁਜਾਰੀ ਸਨ, ਉਹਨਾਂ ਨੇ ਆਰਤੀ ਉਤਾਰਨਾ ਸ਼ੁਰੂ ਕੀਤੀ। ਇੱਕ ਥਾਲ ਦੇ ਵਿੱਚ ਕੁਝ ਦੀਵੇ ਬਾਲ ਕੇ ਰੱਖ ਲਏ ਤੇ ਨਾਲ ਧੂਪ ਵੀ ਤੁਖਾਇਆ ਤੇ ਇਸ ਢੰਗ ਦੇ ਨਾਲ ਉਹ ਆਰਤੀ ਕਰਨ ਲੱਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਮੌਜ ਵਿੱਚ ਬੈਠ ਕੇ ਵਾਹਿਗੁਰੂ ਦੀ ਭਗਤੀ ਕਰਦੇ ਰਹੇ। ਜਦੋਂ ਪੰਡਿਆਂ ਨੇ ਆਰਤੀ ਕੀਤੀ ਉਸ ਤੋਂ ਬਾਅਦ ਸਤਿਗੁਰੂ ਦੇ ਪਾਸ ਆਏ, ਕਹਿਣ ਲੱਗੇ ਤੁਸੀਂ ਆਰਤੀ ਵਿੱਚ ਸ਼ਾਮਲ ਕਿਉਂ ਨਹੀਂ ਹੋਏ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜਵਾਬ ਸੀ, ਕਹਿਣ ਲੱਗੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਤਨਾ ਵੱਡਾ ਹੈ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਜਿਹੜਾ ਕਰੋੜਾਂ ਬ੍ਰਹਮੰਡਾਂ ਖੰਡਾਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਤੇ ਤੁਸੀਂ ਆ ਥੋੜੇ ਜਿਹੇ ਦੀਵੇ ਬਾਲ ਕੇ ਉਹਦੀ ਆਰਤੀ ਕਿਵੇਂ ਕਰ ਸਕਦੇ ਹੋ? ਦਰਅਸਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਰਤੀ ਤੁਸੀਂ ਨਹੀਂ ਕਰ ਸਕਦੇ, ਉਹ ਤੇ ਆਪਣੇ ਆਪ ਹੋ ਰਹੀ ਹੈ। ਪੰਡੇ ਬੜੇ ਹੈਰਾਨ ਹੋਏ, ਕਹਿਣ ਲੱਗੇ ਇਹ ਕਿਵੇਂ ਹੋ ਸਕਦਾ ਹੈ ਕਿ ਆਰਤੀ ਆਪਣੇ ਆਪ ਹੀ ਹੁੰਦੀ ਹੋਵੇ? ਆਰਤੀ ਤੇ ਉਤਾਰਨੀ ਪੈਂਦੀ ਹੈ, ਆਰਤੀ ਤੇ ਕਰਨੀ ਪੈਂਦੀ ਹੈ। ਤੁਸੀਂ ਇਹ ਗੱਲ ਕਿਵੇਂ ਆਖ ਰਹੇ ਹੋ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਆਰਤੀ ਆਪਣੇ ਆਪ ਹੀ ਹੋ ਰਹੀ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ। ਜਿਵੇਂ ਸੋਦਰ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬ੍ਰਹਮੰਡੀ ਕੀਰਤਨ ਦਾ ਜ਼ਿਕਰ ਕੀਤਾ ਸੀ, ਗਾਵਹਿ ਤੁਹਨੂੰ ਪੌਣ ਪਾਣੀ ਬੈ ਸੰਤਰ, ਗਾਵਹਿ ਰਾਜਾ ਧਰਮ ਦੁਆਰੇ। ਔਰ ਇਸ ਸ਼ਬਦ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਿਆਪਕ ਆਰਤੀ ਦਾ ਹੀ ਸਤਿਗੁਰੂ ਨੇ ਨਿਰਣਾ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਹਨ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਭੇਰੀ। ਰਹਾਉ ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੁਰਤ ਉਸ ਨਿਰੰਕਾਰ ਦੇ ਨਾਲ ਜੁੜੀ ਤੇ ਉਸ ਨੂੰ ਮੁਖਾਤਬ ਕਰਕੇ ਉਚਾਰਨ ਕਰਨ ਲੱਗੇ, ਕੈਸੀ ਆਰਤੀ ਹੋਏ। ਹੇ ਵਾਹਿਗੁਰੂ ਜੀ, ਤੁਹਾਡੀ ਕੈਸੀ ਅਜੀਬ ਕਿਸਮ ਦੀ ਆਰਤੀ ਹੋ ਰਹੀ ਹੈ, ਕਿੰਨੀ ਅਚਰਜ ਇਹ ਤੁਹਾਡੀ ਆਰਤੀ ਹੋ ਰਹੀ ਹੈ। ਕੋਈ ਮਨੁੱਖ ਨਹੀਂ ਕਰ ਰਿਹਾ, ਕੋਈ ਪੁਜਾਰੀ ਨਹੀਂ ਕਰ ਰਿਹਾ, ਆਪਣੇ ਆਪ ਹੋ ਰਹੀ ਹੈ। ਭਵ ਖੰਡਨਾ ਤੇਰੀ ਆਰਤੀ, ਭਵ ਦਾ ਅਰਥ ਹੈ ਭੈ ਨੂੰ ਖੰਡਨਾ ਨਾਸ਼ ਕਰਨ ਵਾਲੇ, ਅਥਵਾ ਭਵ ਦਾ ਅਰਥ ਹੈ ਜਨਮ ਨੂੰ ਤੇ ਮਰਨ ਨੂੰ ਨਾਸ਼ ਕਰਨ ਵਾਲੇ। ਅਕਾਲ ਪੁਰਖ ਵਾਹਿਗੁਰੂ ਜੀਓ, ਤੇਰੀ ਆਰਤੀ, ਇਹ ਤੁਹਾਡੀ ਆਰਤੀ ਹੋ ਰਹੀ ਹੈ, ਆਪਣੇ ਆਪ ਹੀ ਤੁਹਾਡੀ ਆਰਤੀ ਹੋ ਰਹੀ ਹੈ। ਅਨਹਤਾ ਸ਼ਬਦ ਵਾਜੰਤ ਭੇਰੀ, ਇੱਕ ਅਨਹਦ ਸ਼ਬਦ ਵੀ ਨਾਲ ਵੱਜ ਰਿਹਾ ਹੈ। ਵਾਜੰਤ ਭੇਰੀ, ਇਹ ਮਾਨੋ ਭੇਰੀ ਦਾ ਅਰਥ ਹੈ ਭੇਰੀਆਂ ਵੱਜ ਰਹੀਆਂ ਨੇ,
ਭੇਰੀ ਇੱਕ ਕਿਸਮ ਦਾ ਵਾਜਾ ਸੀ। ਜਦੋਂ ਪੰਡੇ ਲੋਕ ਆਰਤੀ ਕਰਦੇ ਨੇ, ਸ਼ੰਖ, ਘੜਿਆਲਾਂ ਤੇ ਹੋਰ ਕਈ ਤਰ੍ਹਾਂ ਦੇ ਨਾਲ ਵਾਜੇ ਵੀ ਵਜਾਉਂਦੇ ਸਨ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੁਹਾਡੀ ਕੈਸੀ ਆਰਤੀ ਹੋ ਰਹੀ ਹੈ, ਕਿੰਨੀ ਅਜੀਬ ਹੈ ਤੇ ਕਿੰਨੀ ਅਨੋਖੀ ਹੈ। ਹੇ ਭੈ ਨੂੰ ਨਾਸ਼ ਕਰਨ ਵਾਲੇ ਵਾਹਿਗੁਰੂ, ਤੁਹਾਡੀ ਆਰਤੀ ਆਪਣੇ ਆਪ ਹੀ ਹੋ ਰਹੀ ਹੈ। ਤੇ ਜਿਹੜਾ ਅਨਹਦ ਸ਼ਬਦ ਵੱਜ ਰਿਹਾ ਹੈ, ਅਨਹਦ ਸ਼ਬਦ ਤੋਂ ਮੁਰਾਦ ਹੈ ਪਸ਼ੂ ਪੰਛੀ ਵੀ ਬੋਲ ਰਹੇ ਨੇ, ਮਨੁੱਖ ਵੀ ਬੋਲ ਰਿਹਾ ਹੈ, ਅਤੇ ਇਸੇ ਤਰ੍ਹਾਂ ਪਾਣੀ ਦੇ ਵਿੱਚੋਂ ਵੀ ਆਵਾਜ਼ ਆਉਂਦੀ ਹੈ, ਹਵਾ ਦੇ ਵਿੱਚੋਂ ਵੀ ਸੰਗੀਤ ਰੁਮਕਦਾ ਹੈ। ਇਹ ਜਿਹੜਾ ਅਨਹਦ ਸ਼ਬਦ ਹੈ, ਆਪਣੇ ਆਪ ਹੀ ਜਿਹੜਾ ਸ਼ਬਦ ਉਚਾਰਨ ਹੋ ਰਿਹਾ ਹੈ, ਵਾਜੰਤ ਭੇਰੀ, ਇਹ ਮਾਨੋ ਭੇਰੀ ਵੱਜ ਰਹੀ ਹੈ, ਇਹ ਮਾਨੋ ਇੱਕ ਨੌਬਤ ਵੱਜ ਰਹੀ ਹੈ, ਇਹ ਇੱਕ ਨਗਾਰਾ ਵੱਜ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਰੰਭ ਤੋਂ ਪੰਡੇ ਕਹਿਣ ਲੱਗੇ, ਮਹਾਰਾਜ ਅਸੀਂ ਤੇ ਇੱਕ ਥਾਲ ਲੈ ਕੇ ਉਹਦੇ ਵਿੱਚ ਦੀਵੇ ਬਾਲ ਕੇ, ਵਿੱਚ ਕੁਝ ਹੀਰੇ ਮੋਤੀ ਰੱਖ ਕੇ, ਧੂਪ ਤੁਖਾ ਕੇ ਇਸ ਢੰਗ ਦੇ ਨਾਲ ਆਰਤੀ ਕਰਦੇ ਹਾਂ। ਤੁਸੀਂ ਜਿਸ ਆਰਤੀ ਦਾ ਜ਼ਿਕਰ ਕਰ ਰਹੇ ਹੋ, ਤੁਸੀਂ ਇਹ ਦੱਸੋ ਤੇ ਥਾਲ ਕਿਹੜਾ ਹੈ, ਦੀਵੇ ਕਿਹੜੇ ਨੇ, ਤੇ ਉਹਦੇ ਵਿੱਚ ਮੋਤੀ ਕਿਹੜੇ ਰੱਖੇ ਹੋਏ ਨੇ, ਧੂਪ ਕਿਹੜਾ ਤੁਖ ਰਿਹਾ ਹੈ, ਚੌਰ ਕਿਹੜਾ ਹੋ ਰਿਹਾ ਹੈ, ਫੁੱਲ ਕਿਹੜੇ ਅਰਪਣ ਹੋ ਰਹੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਤਨਾ ਵੱਡਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੈ, ਉਤਨੀ ਵੱਡੀ ਹੀ ਉਹਦੀ ਆਰਤੀ ਹੋ ਰਹੀ ਹੈ। ਲਓ ਸਾਨੂੰ ਇਸ ਸੋਹਣੇ ਤੇ ਸੁਚੱਜੇ ਢੰਗ ਦੇ ਨਾਲ ਸਮਝਾ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਪਹਿਲਾ ਸ਼ਬਦ ਰਾਗ ਗੌੜੀ ਦੀਪਕੀ ਵਿੱਚ ਹਜ਼ੂਰ ਨੇ ਉਚਾਰਨ ਕੀਤਾ ਸੀ। ਦੂਸਰਾ ਸ਼ਬਦ ਰਾਗ ਆਸਾ ਮਹੱਲਾ ਪਹਿਲਾ ਰਾਗ ਆਸਾ ਵਿੱਚ ਉਚਾਰਨ ਕੀਤਾ ਸੀ। ਤੀਸਰਾ ਸ਼ਬਦ ਰਾਗ ਧਨਾਸਰੀ ਦੇ ਵਿੱਚ ਸਤਿਗੁਰੂ ਨੇ ਗਾਵੇ। ਭਾਵੇਂ ਧਨਾਸਰੀ ਹੈ ਤੇ ਰਾਗਣੀ ਸੰਗੀਤ ਦੇ ਅਨੁਸਾਰ, ਪਰ ਹਜ਼ੂਰ ਨੇ ਧਨਾਸਰੀ ਰਾਗਣੀ ਨੂੰ ਵੀ ਰਾਗ ਸ਼ਬਦ ਦੇ ਨਾਲ ਹੀ ਸੰਬੋਧਨ ਕੀਤਾ ਹੈ। ਇਹ ਸਤਿਗੁਰੂ ਦੀ ਆਪਣੀ ਮੌਜ ਹੈ। ਰਾਗ ਧਨਾਸਰੀ ਮਹੱਲਾ ਪਹਿਲਾ। ਰਾਗ ਧਨਾਸਰੀ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਉਸ ਜਗਨਨਾਥਪੁਰੀ ਦੇ ਪੰਡਿਆਂ ਨੂੰ ਸਤਿਗੁਰੂ ਕਹਿੰਦੇ ਨੇ, ਗਗਨ ਮੈਂ ਥਾਲ। ਇਹ ਪੰਡਿਓ, ਗਗਨ ਮੈਂ ਥਾਲ ਆਕਾਸ਼ ਰੂਪ ਥਾਲ ਹੈ। ਜਿਹੜਾ ਮੈਂ ਸ਼ਬਦ ਹੈ ਨਾ, ਕਈ ਵਾਰੀ ਤਾਂ ਮੈਂ ਦਾ ਅਰਥ ਵਿੱਚ ਵੀ ਹੁੰਦਾ, ਪਰ ਇੱਥੇ ਗਗਨ ਮੈਂ ਦਾ ਅਰਥ ਇੱਥੇ ਸਰੂਪ ਹੈ। ਗਗਨ ਮੈਂ ਥਾਲ ਆਕਾਸ਼ ਰੂਪ ਥਾਲ ਹੈ। ਰਵ ਚੰਦ ਦੀਪਕ ਬਣੇ। ਆ ਜਿਹੜੇ ਆਕਾਸ਼ ਦੇ ਵਿੱਚ ਸੂਰਜ ਤੇ ਚੰਦਰਮਾ ਨੇ, ਇਹ ਮਾਨੋ ਦੋ ਦੀਵੇ ਬਣੇ ਹੋਏ ਨੇ। ਤੇ ਜਾਂ ਇਹ ਵੀ ਬਾਣੀ ਵਿੱਚ ਸਤਿਗੁਰੂ ਨੇ ਲਿਖਿਆ ਹੈ, ਸੂਰਜ ਤੇ ਚੰਦਰਮਾ ਵੀ ਇੱਕ ਨਹੀਂ ਅਨੇਕਾਂ ਹੀ ਹਨ। ਕੇਤੇ ਇੰਦ ਚੰਦ ਸੂਰ ਕੇਤੇ, ਬੇਅੰਤ ਵਾਹਿਗੁਰੂ ਦੀ ਰਚਨਾ ਹੈ। ਕਿਉਂਕਿ ਕਰੋੜਾਂ ਬ੍ਰਹਿਮੰਡ ਖੰਡ ਨੇ, ਇੱਕ ਬ੍ਰਹਿਮੰਡ ਦੇ ਵਿੱਚ ਹੀ ਚੰਦਰਮਾ ਤੇ ਸੂਰਜ ਇੱਕ ਇੱਕ ਵਾਹਿਗੁਰੂ ਨੇ ਬਣਾਇਆ ਹੈ। ਤੇ ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਵਿੱਚ ਤੇ ਕਰੋੜਾਂ ਹੀ ਸੂਰਜ ਤੇ ਚੰਦਰਮਾ ਹੋਣਗੇ। ਇਸੇ ਲਈ ਹਜ਼ੂਰ ਕਹਿੰਦੇ, ਸਮੁੱਚਾ ਆਕਾਸ਼ ਦੇ ਇੱਕ ਥਾਲ ਹੈ। ਜਿੰਨੇ ਵੀ ਸੂਰਜ ਤੇ ਚੰਦਰਮਾ ਨੇ, ਇਹ ਮਾਨੋ ਦੀਪਕ ਬਣੇ, ਦੀਵੇ ਬਣੇ ਹੋਏ ਨੇ। ਤਾਰਕਾ ਮੰਡਲ ਜਨਕ ਮੋਤੀ। ਤੇ ਜਿੰਨਾ ਵੀ ਇਹ ਤਾਰਾ ਮੰਡਲ ਹੈ, ਅਸੀਂ ਜਦੋਂ ਰਾਤ ਨੂੰ ਆਕਾਸ਼ ਵੱਲ ਨਜ਼ਰ ਮਾਰਦੇ ਹਾਂ, ਕਿੰਨੇ ਤਾਰੇ ਚਮਕਦੇ ਨੇ। ਜਨਕ ਮੋਤੀ, ਇਹ ਮਾਨੋ ਮੋਤੀ ਜੜੇ ਹੋਏ ਨੇ। ਜਿਵੇਂ ਥਾਲ ਦੇ ਵਿੱਚ ਮੋਤੀ ਰੱਖੇ ਹੁੰਦੇ ਨੇ,
ਇਹ ਆਕਾਸ਼ ਰੂਪੀ ਥਾਲ ਦੇ ਵਿੱਚ ਮਾਨੋ ਮੋਤੀ ਜੜੇ ਹੋਏ ਨੇ ਤੇ ਸੂਰਜ ਤੇ ਚੰਦਰਮਾ ਇਹ ਮਾਨੋ ਦੀਵੇ ਪ੍ਰਕਾਸ਼ ਕਰ ਰਹੇ ਹਨ। ਧੂਪ ਮਲ ਆਨ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਧੂਪ ਮਲ ਆਨ ਲੋ। ਇੱਕ ਮਲਿਆਗਰ ਪਰਬਤ ਹੈ ਜਿੱਥੇ ਕਹਿੰਦੇ ਨੇ ਚੰਦਨ ਦੇ ਬਿਰਸ਼ ਨੇ। ਚੰਦਨ ਇੱਕ ਬਨਸਪਤੀ ਵਿੱਚੋਂ ਬਹੁਤ ਸੁੰਦਰ ਖੁਸ਼ਬੂ ਵਾਲਾ ਬਿਰਸ਼ ਮੰਨਿਆ ਹੈ। ਜਿਹੜਾ ਅਸਲੀ ਬਾਵਨ ਚੰਦਨ ਹੈ ਉਹਦਾ ਆਕਾਰ ਵੀ ਬੜਾ ਛੋਟਾ ਹੁੰਦਾ ਹੈ। ਚੰਦਨ ਕਾ ਫਲ ਚੰਦਨ ਵਾਸ, ਭਾਵੇਂ ਉਸ ਨੂੰ ਫਲ ਵੀ ਕੋਈ ਨਹੀਂ ਲੱਗਦਾ, ਪਰ ਉਸ ਦੀ ਇਹ ਖੂਬੀ ਹੈ। ਚੰਦਨ ਦੀ ਤਾਸੀਰ ਬੜੀ ਸੁੰਦਰ ਹੈ। ਚੰਦਨ ਦੀ ਤਾਸੀਰ ਬਹੁਤ ਸੀਤਲ ਹੈ ਤੇ ਉਹਦੀ ਸੁਗੰਧੀ ਬਹੁਤ ਅੱਛੀ ਹੈ। ਹਜ਼ੂਰ ਕਹਿੰਦੇ ਨੇ ਧੂਪ ਮਲ ਆਨ ਲੋ। ਜਿੱਥੇ ਉਹ ਮਲਿਆਗਰ ਪਰਬਤ ਹੈ, ਜਿੱਥੇ ਚੰਦਨ ਦੇ ਬਿਰਸ਼ ਨੇ, ਜਦੋਂ ਉਥੋਂ ਦੀ ਹਵਾ, ਆਨ ਲੋ ਦਾ ਅਰਥ ਹੈ ਹਵਾ, ਜਦੋਂ ਉਸ ਮਲਿਆਗਰ ਪਰਬਤ ਦੇ ਨਾਲ ਛੋਹ ਕੇ ਤੇ ਹਵਾ ਆਉਂਦੀ ਹੈ, ਇਹ ਮਾਨੋ ਧੂਪ ਧੁਖ ਰਿਹਾ ਹੈ। ਉਸ ਹਵਾ ਦੇ ਵਿੱਚ ਬੜੀ ਸੁੰਦਰ ਮਹਿਕ ਹੁੰਦੀ ਹੈ। ਜਿਹੜੀ ਮਲਿਆਗਰ ਪਰਬਤ ਤੋਂ ਖੁਸ਼ਬੂਦਾਰ ਹਵਾ ਆਉਂਦੀ ਹੈ, ਇਹ ਮਾਨੋ ਧੂਪ ਧੁਖ ਰਿਹਾ ਹੈ। ਪਵਨ ਚਬਰੋ ਕਰੇ, ਤੇ ਜਿਹੜਾ ਪਵਨ ਦੇਵਤਾ ਹੈ, ਹਵਾ ਹੈ, ਇਹ ਮਾਨੋ ਚੌਰ ਬਰਦਾਰ ਹੈ। ਜਦੋਂ ਤੇਜ਼ ਹਵਾ ਚੱਲਦੀ ਤੁਸੀਂ ਧਿਆਨ ਦੇ ਨਾਲ ਦੇਖੋਗੇ ਤੇ ਆ ਜਿਹੜੇ ਉੱਚੇ ਉੱਚੇ ਦਰਖਤ ਨੇ ਇਹ ਚੌਰ ਵਾਂਗੂ ਝੂਲਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਿੰਨਾ ਸੁੰਦਰ ਨਕਸ਼ਾ ਖਿੱਚਿਆ ਹੈ। ਹਜ਼ੂਰ ਕਹਿੰਦੇ ਨੇ ਜਿਹੜੀ ਮਲਿਆਗਰ ਪਰਬਤ ਤੋਂ ਖੁਸ਼ਬੂਦਾਰ ਹਵਾ ਆਉਂਦੀ ਹੈ, ਇਹ ਮਾਨੋ ਧੂਪ ਧੁਖ ਰਿਹਾ ਹੈ। ਤੇ ਇਹ ਜਿਹੜਾ ਪਵਨ ਦੇਵਤਾ ਹੈ, ਇਹ ਚੌਰ ਬਰਦਾਰ ਹੋ ਕੇ ਚੌਰ ਕਰ ਰਿਹਾ ਹੈ। ਸਗਲ ਬਨਰਾਏ ਫੂਲਾਂਤ ਜੋਤੀ, ਸਾਰੀ ਬਨਸਪਤੀ, ਬਨਰਾਏ ਦਾ ਅਰਥ ਹੈ ਬਨਸਪਤੀ, ਫੂਲਾਂਤ ਜੋਤੀ, ਇਹ ਮਾਨੋ ਉਸ ਜੋਤੀ ਸਰੂਪ ਨੂੰ, ਫੂਲਾਂਤ ਦਾ ਅਰਥ ਹੈ ਫੁੱਲ ਭੇਟਾ ਕਰ ਰਹੀ ਹੈ। ਜਦੋਂ ਤੇਜ਼ ਹਵਾ ਚੱਲਦੀ ਹੈ ਤੇ ਜਿਹੜੇ ਬਿਰਸ਼ਾਂ ਨੂੰ ਫੁੱਲ ਲੱਗੇ ਹੁੰਦੇ ਨੇ ਉਹ ਹੇਠਾਂ ਜ਼ਮੀਨ ਤੇ ਡਿੱਗਦੇ ਨੇ। ਇਹ ਮਾਨੋ ਫੁੱਲਾਂ ਦੀ ਵਰਖਾ ਹੋ ਰਹੀ ਹੈ। ਜਿੰਨੀ ਬਨਸਪਤੀ ਹੈ ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਉੱਪਰ ਇਹ ਫੁੱਲ ਵਰਸਾ ਰਹੀ ਹੈ। ਇਸ ਢੰਗ ਦੇ ਨਾਲ ਇਹ ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਆਰਤੀ ਹੋ ਰਹੀ ਹੈ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜੰਤ ਭੇਰੀ। ਰਹਾਓ ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਸ ਮੂਰਤ ਨੰਨਾ ਏਕ ਤੋਹੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋ ਕੇ ਇਹ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ। ਇਹ ਭੈ ਨੂੰ ਨਾਸ਼ ਕਰਨ ਵਾਲੇ ਵਾਹਿਗੁਰੂ, ਇਹ ਪੰਡੇ ਲੋਕ ਵੀ ਤੇਰੀ ਆਰਤੀ ਕਰਦੇ ਨੇ। 2-4 ਦੀਵੇ ਬਾਲ ਕੇ ਇਹ ਵੀ ਤੇਰੀ ਆਰਤੀ ਕਰਦੇ ਨੇ। ਪਰ ਤੂੰ ਇਤਨਾ ਮਹਾਨ ਹੈ ਤੇ ਏਡੀ ਛੋਟੀ ਆਰਤੀ, ਇਹ ਤੈਨੂੰ ਕਿਵੇਂ ਪ੍ਰਵਾਨ ਹੋ ਸਕਦੀ ਹੈ। ਕੈਸੀ ਆਰਤੀ ਹੋਏ। ਪਰ ਦੂਸਰੇ ਪਾਸੇ ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ ਤੇਰੀ ਕਿਹੋ ਜਿਹੀ ਅਜੀਬ ਕਿਸਮ ਦੀ ਆਰਤੀ ਹੋ ਰਹੀ ਹੈ। ਕੋਈ ਕਰ ਨਹੀਂ ਰਿਹਾ, ਆਪਣੇ ਆਪ ਹੋ ਰਹੀ ਹੈ। ਇਹ ਭੈ ਨੂੰ ਨਾਸ਼ ਕਰਨ ਵਾਲੇ ਵਾਹਿਗੁਰੂ ਤੇਰੀ ਅਚਰਜ ਆਰਤੀ ਹੋ ਰਹੀ ਹੈ। ਤੇ ਜਿਹੜਾ ਅਨਹਦ ਸ਼ਬਦ ਉਚਾਰਨ ਹੋ ਰਿਹਾ ਹੈ, ਇਹ ਮਾਨੋ ਭੇਰੀ ਵੱਜ ਰਹੀ ਹੈ। ਅਨਹਦ ਸ਼ਬਦ ਤੋਂ ਮੁਰਾਦ ਇਹ ਵੀ ਹੈ ਵੀ ਸੁਰਤ ਦੇ ਅੰਦਰ ਨਾਮ ਬਾਣੀ ਦਾ ਆਪਣੇ ਆਪ ਹੀ ਅਖੰਡ ਜਾਪ ਚੱਲ ਪੈਣਾ, ਇਹਨੂੰ ਵੀ ਅਨਹਦ ਸ਼ਬਦ ਕਹਿੰਦੇ ਨੇ। ਗੁਰਮੁਖਾਂ ਦੇ ਅੰਦਰ ਜਿਹੜਾ ਅਨਹਦ ਸ਼ਬਦ ਪ੍ਰਗਟ ਹੁੰਦਾ ਹੈ, ਨਾਮ ਬਾਣੀ ਦਾ ਅਜੱਪਾ ਜਾਪ ਚੱਲਦਾ ਹੈ, ਇਹ ਮਾਨੋ ਭੇਰੀ ਵੱਜ ਰਹੀ ਹੈ। ਇਹ ਮਾਨੋ ਬੜਾ ਸੁੰਦਰ ਸੰਗੀਤ ਵੱਜ ਰਿਹਾ ਹੈ। ਹੁਣ ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ। ਪੰਡੇ ਕਹਿਣ ਲੱਗੇ, ਮਹਾਰਾਜ ਅਸੀਂ ਪਹਿਲਾਂ ਆਰਤੀ ਕਰਦੇ ਹਾਂ ਤੇ ਆਰਤੀ ਤੋਂ ਬਾਅਦ ਫਿਰ ਅਸੀਂ ਅਸਤੋਤਰ ਵੀ ਕਰਦੇ ਹਾਂ, ਉਸ ਵਾਹਿਗੁਰੂ ਦੀ ਮਹਿਮਾ ਵੀ ਕਰਦੇ ਹਾਂ। ਲਓ ਸਤਿਗੁਰੂ ਮਹਾਰਾਜ ਹੁਣ ਉਸ ਵਾਹਿਗੁਰੂ ਦਾ ਅਸਤੋਤਰ ਕਿਵੇਂ ਕਰਨਾ ਹੈ, ਕਿਵੇਂ ਉਸ ਦੀ ਵਡਿਆਈ ਤੇ ਸਿਫਤ ਸਾਲਾ ਕਰਨੀ ਹੈ, ਉਹ ਅੱਗੇ ਬਿਆਨ ਕਰਦੇ ਹਨ। ਸਹਸ ਤਵ ਨੈਣ ਨਾ ਨੈਣ ਹੈ ਤੋਹੇ ਕੋ। ਹੇ ਵਾਹਿਗੁਰੂ ਜੀ,
ਸਹਿਸਤਾਵ ਨੈਣ, ਤੁਸੀਂ ਵਿਆਪਕ ਸਰੂਪ ਹੋ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਤੁਹਾਡੇ ਹਜ਼ਾਰਾਂ ਹੀ ਨੇਤਰ ਨੇ, ਕਿਉਂਕਿ ਜਿਹੜਾ ਉਸ ਵਾਹਿਗੁਰੂ ਦਾ ਵਿਆਪਕ ਸਰੂਪ ਹੈ ਉਹ ਸਾਰਿਆਂ ਦੇ ਅੰਦਰ ਵਿਦਮਾਨ ਹੈ ਤੇ ਸਭ ਦੇ ਨੇਤਰਾਂ ਦੇ ਵਿੱਚੋਂ ਦੀ ਉਹੀ ਵੇਖ ਰਿਹਾ ਹੈ। ਇਹ ਮਾਨੋ ਵਾਹਿਗੁਰੂ ਦੇ ਨੇਤਰ ਹੀ ਹਨ। ਸਹਿਸਤਾਵ ਨੈਣ, ਹੇ ਵਾਹਿਗੁਰੂ ਜੀ, ਤੁਹਾਡੇ ਵਿਆਪਕ ਸਰੂਪ ਦੇ ਹਜ਼ਾਰਾਂ ਹੀ ਨੇਤਰ ਹਨ। ਨਨ ਨੈਣ ਹੈ ਤੋਏ ਕੋ, ਤੇ ਜਿਹੜਾ ਤੁਹਾਡਾ ਨਿਰਾਕਾਰ ਸਰੂਪ ਹੈ ਉਹਦਾ ਕੋਈ ਵੀ ਨੇਤਰ ਨਹੀਂ ਹੈ। ਇੱਕ ਪਾਸੇ ਤੇਰੇ ਹਜ਼ਾਰਾਂ ਹੀ ਨੇਤਰ ਨੇ, ਕਿਉਂਕਿ ਸਭਨਾਂ ਦੇ ਅੰਦਰ ਤੂੰ ਆਪ ਬੈਠਾ ਵੇਖ ਰਿਹਾ ਹੈ, ਤੇ ਦੂਸਰੇ ਪਾਸੇ ਜਿਹੜਾ ਤੇਰਾ ਨਿਰਾਕਾਰ ਸਰੂਪ ਹੈ ਉਹਦਾ ਕੋਈ ਵੀ ਨੇਤਰ ਨਹੀਂ ਹੈ। ਸਹਿਸ ਮੂਰਤ ਨਨਾ ਏਕ ਤੋਹੀ, ਹੇ ਵਾਹਿਗੁਰੂ ਜੀ, ਸਰਗੁਣ ਸਰੂਪ ਦੇ ਅੰਦਰ, ਵੈਰਾਟ ਸਰੂਪ ਦੇ ਅੰਦਰ ਸਹਿਸ ਮੂਰਤ ਤੁਹਾਡੀਆਂ ਅਨੇਕਾਂ ਹੀ ਮੂਰਤੀਆਂ ਨੇ, ਅਨੇਕਾਂ ਹੀ ਸ਼ਕਲਾਂ ਸੂਰਤਾਂ ਨੇ, ਅਨੇਕਾਂ ਹੀ ਤੁਹਾਡੇ ਵਜੂਦ ਨੇ। ਕਿਉਂਕਿ ਸਤਿਗੁਰੂ ਨੇ ਬਾਣੀ ਦੇ ਵਿੱਚ ਲਿਖਿਆ ਹੈ, ਇਹੋ ਵਿਸ਼ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਿਤਨੇ ਵੀ ਪਸ਼ੂ ਪੰਛੀਆਂ ਦੇ ਆਕਾਰ ਨੇ, ਜਿੰਨੇ ਵੀ ਰੰਗ ਰੂਪ ਨੇ, ਇਹ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੇ ਹੀ ਹਨ। ਹਜ਼ਾਰਾਂ ਹੀ ਤੁਹਾਡੇ ਐਸੇ ਆਕਾਰ ਨੇ, ਹਜ਼ਾਰਾਂ ਹੀ ਤੁਹਾਡੀਆਂ ਆਕ੍ਰਿਤੀਆਂ ਨੇ। ਨਨਾ ਏਕ ਤੋਹੀ, ਪਰ ਜਿਹੜਾ ਤੁਹਾਡਾ ਨਿਰਾਕਾਰ ਸਰੂਪ ਹੈ ਉਹਦੇ ਵਿੱਚ ਕੋਈ ਵੀ ਤੁਹਾਡੀ ਐਸੀ ਆਕ੍ਰਿਤੀ ਨਹੀਂ ਹੈ, ਕੋਈ ਵੀ ਦੇਖਣ ਵਾਲਾ ਕੋਈ ਵਜੂਦ ਨਹੀਂ ਹੈ। ਕਿਉਂਕਿ ਜਿਹੜਾ ਅਸਲੀ ਤੇਰਾ ਵਾਸਤਵ ਰੂਪ ਹੈ ਉਹ ਨਾਮ ਰੂਪ ਪ੍ਰਪੰਚ ਤੋਂ ਵੱਖਰਾ ਹੈ। ਉਹ ਸਤਚਿਤ ਆਨੰਦ ਸਰੂਪ ਹੈ, ਉਹਦੇ ਵਿੱਚ ਕੋਈ ਤੁਹਾਡਾ ਆਕਾਰ ਨਜ਼ਰ ਨਹੀਂ ਆਉਂਦਾ, ਸਿਰਫ ਆਨੰਦ ਹੀ ਆਨੰਦ, ਪ੍ਰਕਾਸ਼ ਹੀ ਪ੍ਰਕਾਸ਼, ਨੂਰ ਹੀ ਨੂਰ ਉੱਥੇ ਦਿਖਾਈ ਦਿੰਦਾ ਹੈ। ਇਸ ਲਈ ਮਹਾਰਾਜ ਤੁਹਾਡੇ ਹਜ਼ਾਰਾਂ ਹੀ ਤੁਹਾਡੀਆਂ ਮੂਰਤੀਆਂ ਨੇ, ਭਾਵ ਤੁਸਾਂ ਇਹ ਸਰੂਪ ਧਾਰਨ ਕੀਤੇ ਨੇ, ਤੇ ਵਾਸਤਵ ਸਰੂਪ ਦੇ ਵਿੱਚ ਤੁਹਾਡਾ ਕੋਈ ਵੀ ਸਰੂਪ ਨਹੀਂ ਹੈ। ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਇਵ ਚਲਤ ਮੋਹੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਹਸ ਪਦ ਬਿਮਲ ਨਨ ਏਕ ਪਦ, ਇੱਥੇ ਇਹਦਾ ਵਿਸਰਾਮ ਆਉਣਾ ਹੈ। ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ। ਸਹਸ ਪਦ ਬਿਮਲ ਨਨ ਏਕ ਪਦ, ਹੇ ਵਾਹਿਗੁਰੂ ਜੀ, ਤੁਹਾਡੇ ਸਰਗੁਣ ਸਰੂਪ ਦੇ ਤੇ ਵਿਆਪਕ ਸਰੂਪ ਦੇ ਹਜ਼ਾਰਾਂ ਹੀ, ਬਿਮਲ ਦਾ ਅਰਥ ਹੈ ਉਜਲ, ਪਵਿੱਤਰ, ਪਦ ਦਾ ਅਰਥ ਹੈ ਚਰਨ ਹਨ। ਨਨ ਏਕ ਪਦ, ਜਿਹੜਾ ਤੁਹਾਡਾ ਨਿਰਾਕਾਰ ਸਰੂਪ ਹੈ, ਨਿਰਗੁਣ ਸਰੂਪ ਹੈ, ਉਹਦਾ ਇੱਕ ਵੀ ਚਰਨ ਨਹੀਂ ਹੈ। ਇੱਕ ਪਾਸੇ ਤੁਹਾਡੇ ਹਜ਼ਾਰਾਂ ਹੀ ਪਵਿੱਤਰ ਚਰਨ ਨੇ ਤੇ ਦੂਸਰੇ ਪਾਸੇ ਨਿਰਾਕਾਰ ਸਰੂਪ ਦਾ ਇੱਕ ਵੀ ਚਰਨ ਨਹੀਂ ਹੈ। ਗੰਧ ਬਿਨ ਸਹਿਸਤਵ ਗੰਧ ਇਵ ਚਲਤ ਮੋਹੀ, ਇੱਕ ਪਾਸੇ ਮਹਾਰਾਜ ਜੋ ਤੁਹਾਡਾ ਵੈਰਾਟ ਸਰੂਪ ਹੈ, ਇਹ ਸਮੁੱਚਾ ਸੰਸਾਰ ਹੀ ਉਸ ਵਾਹਿਗੁਰੂ ਪਰਮੇਸ਼ਰ ਦਾ ਵੈਰਾਟ ਰੂਪ ਹੈ। ਸਹਿਸਤਵ ਗੰਧ, ਵੀ ਇਹਦੇ ਹਜ਼ਾਰਾਂ ਹੀ ਤੁਹਾਡੇ ਗੰਧ ਦਾ ਅਰਥ ਹੈ ਤੁਹਾਡੀਆਂ ਨਾਸਕਾਂ ਨੇ, ਘਰਾਣ ਇੰਦਰੀਏ ਨੇ, ਜਿਨ੍ਹਾਂ ਦੇ ਨਾਲ ਸੁਗੰਧੀ ਗ੍ਰਹਿਣ ਕੀਤੀ ਜਾਂਦੀ, ਉਹਨੂੰ ਗੰਧ ਕਹਿੰਦੇ ਨੇ, ਗੰਧ ਇੰਦਰੀਆ। ਤੁਹਾਡੇ ਹਜ਼ਾਰਾਂ ਹੀ ਉਸ ਸੁਗੰਧੀ ਨੂੰ ਲੈਣ ਵਾਲੇ ਘਰਾਣ ਇੰਦਰੀਏ ਨੇ, ਤੇ ਜਿਹੜਾ ਤੁਹਾਡਾ ਵਾਸਤਵ ਸਰੂਪ ਹੈ ਗੰਧ ਬਿਨ, ਉਹ ਇੱਕ ਵੀ ਨਾਸਕਾ ਤੋਂ ਰਹਿਤ ਹੈ। ਕਿਉਂਕਿ ਵਾਹਿਗੁਰੂ ਦਾ ਸਤੋਤਰ ਹੋ ਰਿਹਾ ਹੈ। ਇੱਕ ਪਾਸੇ ਹੈ ਵਾਹਿਗੁਰੂ ਤੇਰੇ ਹਜ਼ਾਰਾਂ ਨੇਤਰ ਨੇ, ਦੂਜੇ ਪਾਸੇ ਕੋਈ ਵੀ ਨੇਤਰ ਨਹੀਂ ਹੈ। ਇੱਕ ਪਾਸੇ ਹਜ਼ਾਰਾਂ ਤੇਰੀਆਂ ਮੂਰਤੀਆਂ ਨੇ, ਜੇਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ, ਦੂਸਰੇ ਪਾਸੇ ਇੱਕ ਵੀ ਤੇਰਾ ਆਕਾਰ ਨਹੀਂ ਹੈ। ਹਜ਼ਾਰਾਂ ਤੇਰੇ ਪਵਿੱਤਰ ਚਾਰਨ ਨੇ, ਪਰ ਵਾਸਤਵ ਦੇ ਵਿੱਚ ਇੱਕ ਵੀ ਤੇਰਾ ਚਾਰਨ ਨਹੀਂ ਹੈ। ਹਜ਼ਾਰਾਂ ਹੀ ਤੇਰੀਆਂ ਨਾਸਕਾਂ ਨੇ, ਘਰਾਣ ਇੰਦਰੀਏ ਨੇ ਵੈਰਾਟ ਰੂਪ ਦੇ ਅੰਦਰ, ਤੇ ਵਾਸਤਵ ਸਰੂਪ ਦੇ ਅੰਦਰ ਕੋਈ ਘਰਾਣ ਇੰਦਰੀਆ ਨਹੀਂ ਹੈ। ਇਹ ਵਿਚਾਲਤ ਮੋਹੀ, ਹੇ ਵਾਹਿਗੁਰੂ ਜੀ, ਇਸ ਤਰ੍ਹਾਂ ਦਾ ਚਰਿੱਤਰ, ਇਸ ਤਰ੍ਹਾਂ ਦਾ ਕੌਤਕ ਦੇਖ ਕੇ ਮੇਰੀ ਆਤਮਾ, ਮੇਰੀ ਰੂਹ ਤੇਰੇ ਤੇ ਮੋਹਿਤ ਹੋ ਗਈ ਹੈ। ਸਭ ਮਹਿ ਜੋਤ ਜੋਤ ਹੈ ਸੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੰਡੇ ਕਹਿਣ ਲੱਗੇ ਸੀ ਤੇ ਜੋਤ ਵੀ ਬਾਲਦੇ ਹਾਂ, ਪਰ ਹਜ਼ੂਰ ਕਹਿੰਦੇ ਭਾਈ ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਿਵੇਂ ਇੱਕ ਜੋਤ ਬਾਲ ਕੇ
ਪ੍ਰਸੰਨ ਕਰ ਸਕਦੇ ਹੋ। ਸਭ ਮੈਂ ਜੋਤ ਜੋਤ ਹੈ ਸੋਏ। ਅਸਲੀ ਤੇ ਜੋਤੀ ਸਰੂਪ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਸਭ ਮੈਂ ਜੋਤ, ਤੇ ਉਸ ਜੋਤੀ ਸਰੂਪ ਵਾਹਿਗੁਰੂ ਦੀ ਜੋਤ ਹੀ ਸਾਰਿਆਂ ਦੇ ਵਿੱਚ ਵਿਦਮਾਨ ਹੋ ਰਹੀ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਨੇ ਵੀ ਫਰਮਾਇਆ ਹੈ, ਏ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ। ਸਾਡੇ ਅੰਦਰ ਵੀ ਉਸੇ ਦੀ ਜੋਤ ਹੈ, ਬਾਕੀ ਵੀ ਸਾਰਿਆਂ ਦੇ ਅੰਦਰ ਉਸੇ ਦੀ ਜੋਤ ਪ੍ਰਕਾਸ਼ਮਾਨ ਹੋ ਰਹੀ ਹੈ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਜ਼ਮੀਨ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ। ਨਹਿ ਘਾਟ ਹੈ ਨਹਿ ਬਾੜ ਹੈ, ਨਹਿ ਘਾਟ ਬਾੜ ਹੋਤ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਉਸ ਜਾਗਤ ਜੋਤ ਦਾ ਪੁਜਾਰੀ ਬਣਾਇਆ। ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ। ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ। ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਿਖਾਲਸ ਜਾਣੈ। ਹਜ਼ੂਰ ਕਹਿੰਦੇ ਨੇ ਜੋਤ ਤਾਂ ਸਾਰਿਆਂ ਦੇ ਅੰਦਰ ਵਸ ਰਹੀ ਹੈ, ਪਰ ਉਸ ਜੋਤ ਨੂੰ ਪ੍ਰਗਟ ਕਰਨਾ ਪੈਂਦਾ ਹੈ। ਜਦੋਂ ਪੂਰਨ ਜੋਤ ਦਾ ਪ੍ਰਕਾਸ਼ ਸਾਡੇ ਅੰਦਰ ਪ੍ਰਗਟ ਹੋ ਜਾਵੇ ਤੇ ਸਮਝ ਲਓ ਅਸੀਂ ਨਰੋਲ ਖਾਲਸਾ ਬਣੇ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ, ਸਭ ਮੈਂ ਜੋਤ ਜੋਤ ਹੈ ਸੋਏ। ਉਹ ਵਾਹਿਗੁਰੂ ਪਰਮੇਸ਼ਰ ਆਪ ਜੋਤੀ ਸਰੂਪ ਹੈ, ਉਹਦੀ ਜੋਤ ਸਾਰਿਆਂ ਦੇ ਵਿੱਚ ਹੀ ਵਿਦਮਾਨ ਹੈ। ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਪਰਮੇਸ਼ਰ ਦੀ ਜੋਤ ਦੇ ਚਾਨਣ ਦੇ ਨਾਲ ਹੀ ਸਭ ਦੇ ਅੰਦਰ ਚਾਨਣ ਹੋ ਰਿਹਾ ਹੈ। ਕਿਉਂਕਿ ਵਾਹਿਗੁਰੂ ਦੀ ਜੋਤ ਅਖੰਡ ਜੋਤ ਹੈ, ਜਾਗਤ ਜੋਤ ਹੈ, ਪੂਰਨ ਜੋਤ ਹੈ, ਉਹ ਕਦੇ ਬੁਝਣ ਵਾਲੀ ਨਹੀਂ ਹੈ। ਉਸ ਵਾਹਿਗੁਰੂ ਦੀ ਜੋਤ ਦੇ ਚਾਨਣ ਦੇ ਨਾਲ ਹੀ ਸਾਰੀਆਂ ਜੋਤੀਆਂ ਵਿੱਚ ਚਾਨਣ ਹੋ ਰਿਹਾ ਹੈ। ਇਹਦਾ ਮਤਲਬ ਇਹ ਹੈ, ਸੰਸਾਰ ਦੇ ਵਿੱਚ ਖੱਟ ਜੋਤੀਆਂ ਮੰਨੀਆਂ ਹੋਈਆਂ। ਜਿਵੇਂ ਸੂਰਜ ਹੈ, ਇਸ ਦੀ ਸਭ ਤੋਂ ਤੇਜ਼ ਰੋਸ਼ਨੀ ਹੈ। ਦੂਜੇ ਪਾਸੇ ਚੰਦਰਮਾ ਹੈ, ਉਹ ਵੀ ਇੱਕ ਜੋਤੀ ਮੰਨੀ ਹੋਈ ਹੈ। ਸੂਰਜ ਹੈ, ਚੰਦਰਮਾ ਹੈ। ਤੀਸਰੇ ਨੰਬਰ ਤੇ ਤਾਰੇ ਨੇ, ਉਹ ਵੀ ਰਾਤ ਨੂੰ ਚਮਕਦੇ ਨੇ, ਉਹਨਾਂ ਵਿੱਚ ਵੀ ਰੋਸ਼ਨੀ ਹੈ, ਉਹਨਾਂ ਵਿੱਚ ਵੀ ਚਾਨਣ ਹੈ। ਚੌਥੇ ਨੰਬਰ ਤੇ ਅਸਮਾਨੀ ਬਿਜਲੀ ਹੈ, ਉਹਦੇ ਵਿੱਚ ਵੀ ਰੋਸ਼ਨੀ ਹੈ, ਉਹਦੇ ਵਿੱਚ ਵੀ ਚਮਕ ਹੈ। ਪੰਜਵੇਂ ਨੰਬਰ ਤੇ ਅਗਨੀ ਹੈ, ਅੱਗ ਦੇ ਵਿੱਚ ਵੀ ਲਾਈਟ ਹੈ, ਅੱਗ ਦੇ ਵਿੱਚ ਵੀ ਰੋਸ਼ਨੀ ਹੈ। ਅਤੇ ਛੇਵੇਂ ਨੰਬਰ ਤੇ ਬੁੱਧੀ ਨੂੰ ਅਥਵਾ ਬਾਣੀ ਨੂੰ ਵੀ ਇੱਕ ਜੋਤੀ ਮੰਨਿਆ ਹੋਇਆ। ਜਿਹੜੇ ਪੁਰਾਤਨ ਗ੍ਰੰਥ ਨੇ ਉਹਨਾਂ ਨੂੰ ਪੜ੍ਹ ਕੇ ਦੇਖੋ। ਹਜ਼ੂਰ ਕਹਿੰਦੇ ਨੇ ਜਿੰਨੀਆਂ ਵੀ ਜੋਤੀਆਂ ਨੇ ਉਹਨਾਂ ਵਿੱਚ ਵਾਹਿਗੁਰੂ ਦੀ ਜੋਤ ਹੀ ਪ੍ਰਕਾਸ਼ਮਾਨ ਹੈ। ਇਸੇ ਲਈ ਤਾਂ ਕਲਗੀਧਰ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਉਚਾਰਨ ਕਰਦਿਆਂ ਹੋਏ ਇਹ ਵੀ ਬਚਨ ਲਿਖੇ ਨੇ, ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ। ਹੇ ਵਾਹਿਗੁਰੂ ਤੂੰ ਸੂਰਜਾਂ ਦਾ ਵੀ ਸੂਰਜ ਹੈ, ਚੰਦਰਮਾ ਦਾ ਵੀ ਤੂੰ ਚੰਦਰਮਾ ਹੈ। ਇਹਦਾ ਮਤਲਬ ਸੂਰਜ ਤੇ ਚੰਦਰਮਾ ਤੇਥੋਂ ਹੀ ਰੋਸ਼ਨੀ ਲੈ ਰਹੇ ਨੇ, ਤੇਰੀ ਜੋਤ ਦਾ ਸਦਕਾ ਹੀ ਇਹ ਪ੍ਰਕਾਸ਼ਮਾਨ ਨੇ। ਤੇਰੀ ਜੋਤ ਹਮੇਸ਼ਾ ਲਈ ਜਗਦੀ ਹੈ, ਬਾਕੀ ਜੋਤੀਆਂ ਸਮਾਂ ਪਾ ਕੇ ਬੁਝ ਵੀ ਜਾਂਦੀਆਂ ਨੇ। ਕਿ ਜਿੱਥੋਂ ਤੱਕ ਸੂਰਜ ਤੇ ਚੰਦਰਮਾ ਦਾ ਵੀ ਸਵਾਲ ਹੈ ਨਾ, ਸਤਿਗੁਰੂ ਨੇ ਇਹਦੇ ਬਾਰੇ ਵੀ ਸਪਸ਼ਟ ਬਾਣੀ ਵਿੱਚ ਲਿਖਿਆ ਹੈ, ਦਿਨ ਰਬ ਚੱਲੈ ਨਿਸਸ ਚੱਲੈ ਤਾਰਕਾ ਲੱਖ ਪਲੋਏ। ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੁਗੋਏ। ਇੱਕ ਦਿਨ ਸੂਰਜ ਨੇ ਵੀ ਖਤਮ ਹੋ ਜਾਣਾ ਹੈ, ਚੰਦਰਮਾ ਦੀ ਵੀ ਰੋਸ਼ਨੀ ਖਤਮ ਹੋ ਜਾਣੀ ਹੈ, ਪਰ ਅਕਾਲ ਪੁਰਖ ਦੀ ਜੋਤ ਹਮੇਸ਼ਾ ਲਈ ਰਹਿਣ ਵਾਲੀ ਹੈ। ਹਜ਼ੂਰ ਕਹਿੰਦੇ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਸ ਵਾਹਿਗੁਰੂ ਦੀ ਜੋਤ ਦੇ ਚਾਨਣ ਦੇ ਨਾਲ ਹੀ ਸਾਰਿਆਂ ਦੇ ਵਿੱਚ ਚਾਨਣ ਹੋ ਰਿਹਾ ਹੈ। ਜੋ ਮਨੁੱਖ ਨੂੰ ਵੀ ਵਾਹਿਗੁਰੂ ਪਰਮੇਸ਼ਰ ਨੇ ਬੁੱਧੀ ਦਿੱਤੀ ਹੈ, ਸਮਝ ਦਿੱਤੀ ਹੈ, ਇਹ ਵੀ ਇੱਕ ਰੋਸ਼ਨੀ ਹੈ ਨਾ, ਇਹ ਵੀ ਇੱਕ ਪ੍ਰਕਾਸ਼ ਹੈ। ਗਿਆਨ ਨੂੰ ਵੀ ਰੋਸ਼ਨੀ ਆਖਿਆ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਦੀ ਜੋਤ ਦਾ ਸਦਕਾ ਹੀ ਸਾਰੀਆਂ ਜੋਤੀਆਂ ਵਿੱਚ ਉਸ ਜੋਤ ਦੇ ਚਾਨਣ ਦਾ ਸਦਕਾ ਚਾਨਣ ਹੋ ਰਿਹਾ ਹੈ।